ਜੀਆਈ ਨੂੰ ਪਿਆਰੇ ਵਿਦਿਆਰਥੀਓ 9th ਕਲਾਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 4 ਕੰਜੰਕਸ਼ਨਸ ਉਸ ਦੀਆਂ ਅਗਲੀਆਂ ਤਿੰਨ ਐਕਸਰਸਾਈਜ਼ਸ 8th 9th ਐਂਡ 10th ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਐਕਸਪਲੇਨੇਸ਼ਨਸ ਨੂੰ ਬੜੇ ਧਿਆਨ ਦੇ ਨਾਲ ਸੁਣੋ, ਆਨਸਰਸ ਨੂੰ ਸਾਰੇ ਤੁਸੀਂ ਆਪਣੀ ਨੋਟਬੁੱਕ 'ਚ ਨੋਟ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਸਾਰੀ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਪ੍ਰੈਕਟਿਸ ਤੁਸੀਂ ਜ਼ਰੂਰ ਕਰਨੀ ਹੈ। ਸੋ ਆਓ ਸ਼ੁਰੂ ਕਰੀਏ ਇਹ ਵਾਲੀ ਐਕਸਰਸਾਈਜ਼ਸ। So exercise 8th ਕਹਿੰਦੇ ਬੱਚਿਓ choose the correct conjunction given in brackets। ਦੇਖੋ ਬ੍ਰੈਕਟ ਹੈਗੇ ਨੇ, ਬ੍ਰੈਕਟ ਵਿੱਚ ਉਹਨਾਂ ਨੇ ਦੋ ਦਿੱਤੇ ਹੋਏ ਨੇ ਕੰਜੰਕਸ਼ਨ, ਪਰ ਉਹਨਾਂ ਚੋਂ ਇੱਕ ਸਹੀ ਹੈਗਾ ਤੇ ਅਸੀਂ ਇੱਕ ਜਿਹੜਾ ਸਹੀ ਵਾਲਾ ਹੈ ਉਹਨੂੰ ਅਸੀਂ ਆਪਣਾ ਵਰਤਣਾ ਹੈਗਾ। ਠੀਕ ਹੈ, ਸੋ ਪਹਿਲੇ ਮੈਂ ਕਿਤਾਬ 'ਚ ਪੂਰਾ ਦਾ ਪੂਰਾ ਸੈਂਟੈਂਸ ਲਿਖ ਦਿੱਤਾ ਹੈ ਤੇ ਬਾਅਦ 'ਚ ਠੀਕ ਕਰਕੇ ਜੋ ਕੰਜੰਕਸ਼ਨ ਵਰਤਣਾ ਉਹ ਅਸੀਂ ਥੱਲੇ ਲਿਖ ਦਿੱਤਾ। ਠੀਕ ਹੈ, ਸੋ ਦੇਖੋ ਹੈਗਾ he tried hard could not succeed। ਉਹਨੇ ਮਿਹਨਤ ਕੀਤੀ ਤੇ ਅਸੀਂ ਪੰਜਾਬੀ 'ਚ ਕਿੱਦਾਂ ਬੋਲਾਂਗੇ, ਪਰ ਸਫਲ ਨਹੀਂ ਹੋਇਆ। could not succeed ਸਫਲ ਨਾ ਹੋ ਸਕਿਆ। ਸੋ ਅਸੀਂ ਕਹਿੰਦੇ ਪਰ ਦਾ ਮਤਲਬ ਹੋ ਜਾਂਦਾ ਬਟ। ਸੋ he tried hard ਉਹਨੇ ਯਤਨ ਬਹੁਤ ਕੀਤਾ, ਮਤਲਬ ਉਹਨੇ ਪੂਰੀ ਵਾਹ ਲਾਈ। ਟਰਾਈਡ ਹਾਰਡ ਉਹਨੇ ਪੂਰੀ ਵਾਹ ਲਾਈ, ਬਹੁਤ ਯਤਨ ਕੀਤਾ, ਸਖਤ ਮਿਹਨਤ ਕੀਤੀ, ਬਟ ਪਰ could not succeed ਸਫਲ ਨਾ ਹੋ ਸਕਿਆ। ਠੀਕ ਹੈ, ਫਿਰ ਹੈਗਾ he will not come ਉਹ ਨਹੀਂ ਆਏਗਾ। you do not invite him ਜੇ ਤੂੰ ਉਹਨੂੰ ਨਹੀਂ ਸੱਦਦਾ ਤੇ ਉਹ ਨਹੀਂ ਆਏਗਾ ਜੇ ਤੂੰ ਉਹਨੂੰ ਨਹੀਂ ਸੱਦਦਾ। ਠੀਕ ਹੈ, ਸੋ ਇਹਦਾ ਜੇ ਨਾਲ if he will not come if you do not invite him ਉਹ ਨਹੀਂ ਆਏਗਾ if ਜੇ you do not invite him ਜੇ ਤੂੰ ਉਹਨੂੰ ਸੱਦਾ ਨਹੀਂ ਭੇਜਦਾ, ਜੇ ਤੂੰ ਉਹਨੂੰ ਨਹੀਂ ਸੱਦਦਾ। he had died ਉਹ ਮਰ ਚੁੱਕਾ ਸੀ। the doctor came ਅਰਥਾਤ ਡਾਕਟਰ ਦੇ ਆਉਣ ਤੋਂ ਪਹਿਲਾਂ ਮਰ ਚੁੱਕਾ ਸੀ। ਸੋ ਆਏਗਾ before। he had died before the doctor came ਡਾਕਟਰ ਇਸ ਤੋਂ ਪਹਿਲੇ ਆਉਂਦਾ ਜਾਂ ਡਾਕਟਰ ਦੇ ਆਉਣ ਤੋਂ ਪਹਿਲਾਂ ਉਹ ਮਰ ਚੁੱਕਾ ਸੀ। you will be late ਤੂੰ ਲੇਟ ਹੋ ਜਾਏਗਾ। you hurry up ਛੇਤੀ ਕਰ। ਠੀਕ ਹੈ, ਸੋ ਇਹਦਾ ਹੋਏਗਾ you will be late unless you hurry up। unless ਮੈਨੇ ਉਹ ਸ਼ਰਤ ਹੈਗੀ ਹੈ ਉਸ ਹਾਲਤ ਵਿੱਚ ਕਿ ਜੇ ਤੂੰ hurry up ਨਹੀਂ ਕਰੇਗਾ ਤੇ ਤੂੰ ਲੇਟ ਹੋ ਜਾਏਗਾ। you will be late unless you hurry up ਅਰਥਾਤ ਜੇ ਤੂੰ ਛੇਤੀ ਨਹੀਂ ਕਰਦਾ ਤੇ ਤੂੰ ਲੇਟ ਹੋ ਜਾਏਗਾ, ਇਹਦਾ ਇਹ ਮਤਲਬ ਹੋਏਗਾ। ਠੀਕ ਹੈ, ਅੱਗੇ ਚਲੀਏ। ਫਿਰ ਹੈਗਾ you must see me ਤੈਨੂੰ ਮੈਨੂੰ ਮਿਲਣਾ ਚਾਹੀਦਾ ਹੈ। you leave for Delhi ਵੀ ਦਿੱਲੀ ਜਾਣ ਤੋਂ ਪਹਿਲਾਂ ਤੂੰ ਮੈਨੂੰ ਮਿਲਣਾ ਹੈ। ਸੋ ਆਏਗਾ before। you must see me before you leave for Delhi ਅਰਥਾਤ ਦਿੱਲੀ ਜਾਣ ਤੋਂ ਪਹਿਲਾਂ ਮੈਨੂੰ ਮਿਲ ਕੇ ਜਾਈਂ ਜ਼ਰੂਰ, ਮੈਨੂੰ ਜ਼ਰੂਰ ਮਿਲਣਾ ਹੈ। ਠੀਕ ਹੈ, ਕੋਈ ਕੰਮ ਹੈਗਾ। ਸੋ you must see me before you leave for Delhi ਇਸ ਤੋਂ ਪਹਿਲੇ ਕਿ ਤੂੰ ਦਿੱਲੀ ਵਾਸਤੇ ਰਵਾਨਾ ਹੋਵੇਂ ਜਾਏ ਮੈਨੂੰ ਮਿਲਣਾ ਜ਼ਰੂਰ ਹੈ। he worked hard ਉਹਨੇ ਬਹੁਤ ਮਿਹਨਤ ਕੀਤੀ। he failed ਉਹ ਫੇਲ ਹੋ ਗਿਆ। ਇਹ ਪਹਿਲੇ ਵਰਗਾ ਜਿੱਦਾਂ ਪਹਿਲਾ ਐਗਜ਼ਾਮਪਲ ਆਇਆ ਸੀਗਾ he tried hard but could not succeed, ਇੱਥੇ ਥੋੜਾ ਡਿਫਰੈਂਟ ਹੈਗਾ। ਇੱਥੇ and ਔਰ yet ਦਿੱਤਾ ਹੈ। yet ਮਤਲਬ ਫਿਰ ਵੀ, ਇਹ but ਨਾਲ ਮਿਲਦਾ ਜੁਲਦਾ ਹੈ। he worked hard ਉਹਨੇ ਬੜੀ ਸਖਤ ਮਿਹਨਤ ਕੀਤੀ, yet ਫਿਰ ਵੀ, ਪਰ ਵੀ ਕਹਿ ਸਕਦੇ ਹਾਂ, ਪਰ ਇੱਥੇ ਅਸੀਂ ਇਹ ਦੋਨਾਂ ਚੋਂ ਚੁਣਨਾ ਹੈ। ਅਸੀਂ but he failed ਵੀ ਲਿਖ ਸਕਦੇ ਸੀਗੇ, ਪਰ ਇੱਥੇ ਦੋਨਾਂ ਚੋਂ ਚੁਣਨਾ। ਇੱਥੇ yet ਹੈਗਾ, yet he failed ਫਿਰ ਵੀ ਉਹ ਫੇਲ ਹੋ ਗਿਆ। he is as clever as his father ਉਹ ਆਪਣੇ ਪਿਤਾ ਜਿੰਨਾ ਹੀ ਚਤੁਰ ਹੈ, ਆਪਣੇ ਪਿਤਾ ਜਿੰਨਾ ਹੀ ਸਿਆਣਾ ਹੈ। ਜਿਹੜਾ ਕਲੈਵਰ ਸ਼ਬਦ ਹੈ ਨਾ ਬੱਚਿਓ, ਇਹ ਨੈਗੇਟਿਵ ਸੈਂਸ ਵਿੱਚ ਵੀ ਵਰਤਿਆ ਜਾਂਦਾ, ਪੋਜ਼ਿਟਿਵ ਸੈਂਸ ਵਿੱਚ ਵੀ ਵਰਤਿਆ ਜਾਂਦਾ। ਜਿਹੜਾ ਬੰਦਾ ਬੜਾ ਪੜ੍ਹਾਈ 'ਚ ਹੁਸ਼ਿਆਰ ਹੋਵੇ, ਕਿਸੇ ਕੰਮ 'ਚ ਬਹੁਤ ਤੀਖਣ ਬੁੱਧੀ ਹੋਵੇ, ਉਹਦੇ ਲਈ ਵੀ ਕਲੈਵਰ ਵਰਤ ਲਿਆ ਜਾਂਦਾ। ਤੇ ਕਈ ਵਾਰ ਬੰਦਾ ਕੋਈ ਜਿਹੜੀ ਚੁਸਤੀ ਚਲਾਕੀਆਂ ਕਰਦਾ ਉਹਦੇ ਲਈ ਵੀ ਕਲੈਵਰ ਅਸੀਂ ਵਰਤ ਲੈਂਦੇ ਹਾਂ। ਸੋ ਇੱਥੇ ਮਤਲਬ ਕੀ ਹੈਗਾ, ਕਲੈਵਰ ਮਤਲਬ ਕਿ ਆਪਣੇ ਪਿਤਾ ਜਿੰਨਾ ਹੀ ਤੀਖਣ ਬੁੱਧੀ ਵਾਲਾ ਹੈ, ਹੁਸ਼ਿਆਰ ਹੈ। he is as clever as his father as ਜਿੱਦਾਂ ਹੁੰਦਾ ਨਾ as adjective as ਉਹਦੇ ਜਿੰਨਾ ਹੀ, ਉਹਦੇ ਬਰਾਬਰ ਹੀ। ਠੀਕ ਹੈ, he is as clever as his father ਉਹ ਆਪਣੇ ਪਿਤਾ ਜਿੰਨਾ ਹੀ ਹੁਸ਼ਿਆਰ ਹੈ। ਫਿਰ ਹੈਗਾ he is my friend ਉਹ ਮੇਰਾ ਦੋਸਤ ਹੈ। I will not help him in this matter in this matter ਮੈਨੇ ਇਸ ਮਸਲੇ ਵਿੱਚ, I will not help him ਮੈਂ ਉਹਦੀ ਮਦਦ ਨਹੀਂ ਕਰਾਂਗਾ। ਸੋ ਇੱਥੇ ਮਤਲਬ ਕਿ ਸ਼ਰਤ ਹੈਗੀ ਵੀ ਭਾਵੇਂ ਉਹ ਮੇਰਾ ਦੋਸਤ ਹੈ, ਜਿੱਦਾਂ ਮੈਂ ਕਹਤਾ ਨਾ ਮੂੰਹ ਚੋਂ ਨਿਕਲਿਆ ਭਾਵੇਂ, ਸੋ ਭਾਵੇਂ ਮਤਲਬ ਕਿ ਦੋ he is my friend ਹਾਲਾਂਕਿ ਭਾਵੇਂ ਉਹ ਮੇਰਾ ਦੋਸਤ ਹੈ,
आई विल नॉट हैल्प हिम इन दिस मैटर, मैं ਉਹਦੀ ਇਸ ਮਸਲੇ ਵਿੱਚ ਮਦਦ ਨਹੀਂ ਕਰਾਂਗਾ। ਹੋ ਸਕਦਾ ਉਹਨੇ ਕੋਈ ਗਲਤ ਕੰਮ ਕੀਤਾ ਹੋਵੇ ਤੇ ਕੋਈ ਕਹਿ ਰਿਹਾ ਵੀ ਤੁਸੀਂ ਭਾਈ ਉਹਦੇ ਬਾਰੇ ਕੁਝ ਕਰੋ, ਤੇ ਮੈਂ ਕਹਿੰਦਾ ਫਿਰ ਜਵਾਬ ਸਿੱਧਾ ਅਸੀਂ ਕਵਾਂਗੇ ਦੋ ਹੀ ਇਜ਼ ਮਾਈ ਫਰੈਂਡ, ਭਾਵੇਂ ਉਹ ਮੇਰਾ ਦੋਸਤ ਹੈ, ਆਈ ਵਿਲ ਨॉट ਹੈਲਪ ਹਿਮ ਇਨ ਦਿਸ ਮੈਟਰ, ਇਸ ਮਸਲੇ ਵਿੱਚ ਇਸ ਮੁੱਦੇ ਵਿੱਚ ਮੈਂ ਉਹਦੀ ਕੋਈ ਮਦਦ ਨਹੀਂ ਕਰਾਂਗਾ। ਅਗਲਾ ਦੇਖੀਏ ਐਕਸਰਸਾਈਜ਼ 9, ਫਿਲ ਇਨ ਦੀ ਬਲੈਂਕਸ ਵਿਦ ਸੂਟੇਬਲ ਕੰਜੰਕਸ਼ਨਸ। ਹੁਣ ਦਿੱਤੇ ਨਹੀਂ ਹੈਗੇ ਪਰ ਅਸੀਂ ਆਪਣੇ ਵੱਲੋਂ ਆਪਣੇ ਗਿਆਨ ਦੇ ਆਧਾਰ ਤੇ, ਆਪਣੀ ਜੋ ਅਸੀਂ ਸਟੱਡੀ ਕੀਤੀ ਹੈ, ਆਪਣੇ ਤਜਰਬੇ ਦੇ ਆਧਾਰ ਤੇ, ਆਪਣੀ ਨੌਲੇਜ ਦੇ ਆਧਾਰ ਤੇ ਅਸੀਂ ਭਰਨੇ ਨੇ, ਠੀਕ ਹੈ। ਆਈ ਲੀਵ ਮਾਈ ਬੈੱਡ, ਹੁਣ ਇੱਕ ਹੁੰਦਾ ਗੋ ਟੂ ਬੈੱਡ, ਗੋ ਟੂ ਬੈੱਡ ਹੁੰਦਾ ਸੌਣ ਜਾਣਾ, ਲੀਵ ਮਾਈ ਬੈੱਡ ਬਿਸਤਰਾ ਛੱਡ ਦੇਣਾ ਅਰਥਾਤ ਉੱਠ ਜਾਣਾ, ਇਹਦਾ ਮਤਲਬ ਹੈ ਆਈ ਲੀਵ ਮਾਈ ਬੈੱਡ ਬਿਫੋਰ ਦੀ ਸਨ ਰਾਈਜ਼ਸ, ਮੈਂ ਸੂਰਜ ਉੱਗਣ ਤੋਂ ਪਹਿਲਾਂ, ਸੂਰਜ ਉਦੇ ਹੋਣ ਤੋਂ ਪਹਿਲਾਂ, ਸੂਰਜ ਚੜ੍ਹਨ ਤੋਂ ਪਹਿਲਾਂ ਆਪਣਾ ਬਿਸਤਰਾ ਛੱਡ ਦਿੰਦਾ ਹਾਂ ਅਰਥਾਤ ਮੈਂ ਸੂਰਜ ਉੱਗਣ ਤੋਂ ਪਹਿਲਾਂ, ਚੜ੍ਹਨ ਤੋਂ ਪਹਿਲਾਂ ਉੱਠ ਜਾਂਦਾ ਹਾਂ, ਬਿਫੋਰ ਪਹਿਲਾਂ, ਠੀਕ ਹੈ। ਇਫ ਜੇ ਯੂ ਸੇ ਸੋ, ਜੇ ਤੂੰ ਇਸ ਤਰ੍ਹਾਂ ਕਹਿਣਾ ਹੈ, ਆਈ ਸ਼ੈਲ ਪ੍ਰੋਸੀਡ ਇਨ ਦਾ ਮੈਟਰ, ਫਿਰ ਮੈਂ ਇਸ ਮਸਲੇ ਵਿੱਚ ਅੱਗੇ ਵਧਾਂਗਾ ਅਰਥਾਤ ਇਸ ਗੱਲ ਨੂੰ ਮੈਂ ਅੱਗੇ ਤੋਰਾਂਗਾ, ਪ੍ਰੋਸੀਡ ਇਨ ਦਿਸ ਮੈਟਰ, ਇਸ ਗੱਲ ਨੂੰ ਮੈਂ ਅੱਗੇ ਤੋਰਦਾ ਜੇ ਤੂੰ ਇਦਾਂ ਕਹਿਣਾ ਹੈ ਤੇ, ਠੀਕ ਹੈ। ਇਫ ਯੂ ਸੇ ਸੋ, ਜੇ ਤੂੰ ਇਦਾਂ ਕਹਿਣਾ ਹੈ, I shall proceed in this matter, ਮੈਂ ਫਿਰ ਇਸ ਗੱਲ ਨੂੰ ਅੱਗੇ ਤੋਰਦਾ। If you walk fast, ਜੇ ਤੂੰ ਤੇਜ਼ ਤੁਰੇ, if ਆਏਗਾ ਇੱਥੇ ਜੇ, ਕੰਡੀਸ਼ਨ ਹੈ, you will catch the train, ਤੂੰ ਗੱਡੀ ਫੜ ਲਏਗਾ। If you walk fast, ਜੇ ਤੂੰ ਤੇਜ਼ ਤੁਰੇ ਤੂੰ ਗੱਡੀ ਫੜ ਲਏਗਾ। Work hard, ਸਖਤ ਮਿਹਨਤ ਕਰੋ, so that, ਤਾਂ ਕਿ, ਨਤੀਜੇ ਵਜੋਂ, so that you may pass, ਤੂੰ ਪਾਸ ਹੋ ਜਾਏ। Walk carefully, ਧਿਆਨ ਨਾਲ ਤੁਰੋ, ਧਿਆਨ ਨਾਲ ਤੁਰ, lest, ਕਿਤੇ, you should slip, ਕਿਤੇ ਤਿਲਕ ਨਾ ਜਾਈ, ਠੀਕ ਹੈ। ਜਦੋਂ ਇਦਾਂ ਕਹਿਣਾ ਹੋਵੇ ਤੇ lest ਤੇ should ਇਹ ਜੋੜੀਦਾਰ ਨੇ, ਇਦਾਂ ਵਰਤਿਆ ਜਾਂਦਾ ਹੈ। Walk carefully lest you should slip. She is not so wise as you think, ਉਹ ਇੰਨੀ ਸਿਆਣੀ ਨਹੀਂ, she is not so wise, ਇੱਕ ਤੇ ਹੋਗਾ, ਜੇ ਹੋਗਾ she is not wise, ਉਹ ਸਿਆਣੀ ਨਹੀਂ, ਪਰ ਜੇ ਕਹੀਏ she is not so wise, ਉਹ ਇੰਨੀ ਸਿਆਣੀ ਨਹੀਂ, ਕਿੰਨੀ ਸਿਆਣੀ ਨਹੀਂ, as you think, ਜਿੰਨੀ ਤੂੰ ਸੋਚਦਾ ਹੈ, ਠੀਕ ਹੈ ਨਾ। ਵੀ ਐ ਸੋ ਤੇ ਐਸ, she is not so wise, ਉਹ ਇੰਨੀ ਸਿਆਣੀ ਨਹੀਂ, ਤੇ ਬੰਦਾ ਪੁੱਛੇ ਕਿੰਨੀ ਸਿਆਣੀ ਨਹੀਂ, as you think, ਜਿੰਨੀ ਤੂੰ ਸੋਚਦਾ ਹੈ, ਠੀਕ ਹੈ। however fast you may run, however fast ਦਾ ਮਤਲਬ ਇੱਥੇ ਹੋ ਗਿਆ ਤੇ ਜਿੰਨਾ ਮਰਜ਼ੀ ਤੇਜ਼ ਤੂੰ ਦੌੜ ਲੈ, however fast you may run, ਭਾਵੇਂ ਜਿੰਨਾ ਮਰਜ਼ੀ ਤੇਜ਼ ਦੌੜ ਲੈ, you cannot beat me in the race, beat me in the race, ਰੇਸ ਹੁੰਦੀ ਦੌੜ, beat ਮੈਨੇ ਹਰਾ ਜਾਣਾ, you cannot beat me in the race, ਤੂੰ ਮੈਨੂੰ ਦੌੜ ਵਿੱਚ ਹਰਾ ਨਹੀਂ ਸਕਦਾ। however fast you may run, ਤੂੰ ਭਾਵੇਂ ਜਿੰਨਾ ਮਰਜ਼ੀ ਤੇਜ਼ ਦੌੜ ਲੈ, ਤੂੰ ਮੈਨੂੰ ਰੇਸ ਵਿੱਚ, ਦੌੜ ਵਿੱਚ ਨਹੀਂ ਹਰਾ ਸਕਦਾ। ਸੋ ਬੱਚਿਓ, ਬੜੀਆਂ ਮਹੱਤਵਪੂਰਨ ਐਕਸਰਸਾਈਜ਼ਾਂ ਨੇ, ਤੁਸੀਂ ਇਹਨਾਂ ਦਾ ਜ਼ਰੂਰ ਅਭਿਆਸ ਕਰੋ। ਇਹ ਤੁਹਾਡੀ ਅੰਗਰੇਜ਼ੀ ਬੋਲਣ ਦੀ, ਲਿਖਣ ਦੀ, ਪੜ੍ਹੀ ਹੋਈ ਨੂੰ ਪੜ੍ਹ ਕੇ ਸਮਝਣ ਦੀ, ਸਾਰੇ ਵਿੱਚ ਇਹ ਚੀਜ਼ਾਂ ਬੜੀਆਂ ਸਹਾਈ ਹੋਣਗੀਆਂ। ਅਗਲਾ ਆ ਗਿਆ, ਦੋ ਸ਼ੀ ਵਰਕਡ ਹਾਰਡ, ਇੱਥੇ ਬੱਚੇ ਮੈਂ ਅੰਡਰਲਾਈਨ ਕਰਨੀ ਭੁੱਲ ਗਿਆ, ਮੈਨੂੰ ਪਤਾ ਨਹੀਂ ਕਿਹੜਾ ਸੀਗਾ, ਹੁਣ ਜੱਟ ਤੇ ਵੀ ਹੋ ਸਕਦਾ ਹੈ ਜਾਂ ਦੋ ਤੇ ਵੀ ਹੋ ਸਕਦਾ ਹੈ, ਸ਼ਾਇਦ ਦੋ ਹੋਏਗਾ, ਠੀਕ ਹੈ। ਚਲੋ ਮੈਂ ਇੱਥੇ ਕਰ ਦਿੰਦਾ, ਪਰ ਚਲੋ ਕੋਈ ਗੱਲ ਨਹੀਂ, ਜੇ ਅੰਡਰਲਾਈਨ ਨਹੀਂ ਵੀ ਕੀਤਾ ਕਿਤਾਬ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਨਾ। ਦੋ ਸ਼ੀ ਵਰਕਡ ਹਾਰਡ, ਫਿਲ ਇਨ ਦੀ ਬਲੈਂਕਸ ਕਿੱਥੇ ਸੀਗਾ, ਉਹਨਾਂ ਨੂੰ ਇਹ ਨਹੀਂ ਯਾਦ ਦੋ ਤੇ ਸੀਗਾ ਜਾਂ ਜੱਟ ਤੇ ਸੀਗਾ, ਕਿਉਂਕਿ ਇਹ ਵੀ ਕੰਜੰਕਸ਼ਨ ਹੈ ਤੇ ਇਹ ਵੀ ਕੰਜੰਕਸ਼ਨ ਹੈ। ਦੋ ਸ਼ੀ ਵਰਕਡ ਹਾਰਡ, ਠੀਕ ਹੈ, ਹਾਲਾਂਕਿ ਉਹਨੇ ਮਿਹਨਤ ਕੀਤੀ, ਹਾਲਾਂਕਿ ਉਹਨੇ ਸਖਤ ਮਿਹਨਤ ਕੀਤੀ, ਯਟ, ਫਿਰ ਵੀ, ਸ਼ੀ ਕੁਡ ਨਾਟ ਟੌਪ ਦੀ ਲਿਸਟ, ਉਹ ਨੰਬਰ 1 ਤੇ ਨਹੀਂ ਆ ਸਕੀ, ਉਹ ਸੂਚੀ ਵਿੱਚ ਉਹਦਾ ਪਹਿਲਾ ਥਾਂ ਨਹੀਂ ਆਇਆ, ਉਹ ਫਸਟ ਨਹੀਂ ਆਈ। ਟੌਪ ਦਾ ਲਿਸਟ, ਲਿਸਟ ਉਹਦੀ ਸੂਚੀ, ਟੌਪ ਮੈਨੇ ਸ਼ਿਖਰਲੇ, ਉਹਦਾ ਨੰਬਰ ਸ਼ਿਖਰਲੇ ਨੰਬਰ ਤੇ ਉਹਦਾ ਨਾਂ ਨਹੀਂ ਆਇਆ। ਦੋ ਸ਼ੀ ਵਰਕਡ ਹਾਰਡ, ਹਾਲਾਂਕਿ, ਭਾਵੇਂ ਉਹਨੇ ਬੜੀ ਸਖਤ ਮਿਹਨਤ ਕੀਤੀ, ਯਟ ਸ਼ੀ ਕੁਡ ਨਾਟ ਟੌਪ ਦੀ ਲਿਸਟ। ਇਹ ਤੁਸੀਂ ਬੱਚੋ ਕਿਤਾਬ 'ਚੋਂ ਦੇਖ ਲੈਣਾ ਕਿ ਇੱਥੇ ਦੋ ਦੇ ਥੱਲੇ ਖਾਲੀ ਸਥਾਨ ਹੈ ਜਾਂ ਯਟ ਦੇ ਥੱਲੇ, ਠੀਕ ਹੈ। ਐਜ਼ ਯੂ ਸੋ, ਇਹ ਮਤਲਬ ਇੱਥੇ ਵੀ ਸੋ ਤੇ ਐਜ਼ ਉੱਥੇ ਸੀਗਾ ਨਾ, ਸ਼ੀ ਇਜ਼ ਨਾਟ ਸੋ ਵਾਈਜ਼ ਐਜ਼ ਯੂ ਥਿੰਕ, ਇੱਥੇ ਐਜ਼ ਯੂ ਸੋ, ਜਿਵੇਂ ਤੁਸੀਂ ਬੀਜੋਗੇ ਜਾਂ ਜਿਵੇਂ ਤੁਸੀਂ ਬੀਜਦੇ ਹੋ, ਸੋ ਸ਼ੈਲ ਯੂ ਰੀਪ, ਰੀਪ ਮੈਨੂੰ ਹੁੰਦਾ ਵੱਢਣਾ ਜਾਂ ਫਸਲ ਮਤਲਬ ਕਿ ਹਾਸਲ ਕਰਨੀ, ਪ੍ਰੋਫਿਟ ਹਾਸਲ ਕਰਨਾ, ਖੱਟਣਾ, ਸੋ ਸ਼ੈਲ ਯੂ ਰੀਪ, ਉਵੇਂ ਦਾ ਹੀ ਤੁਸੀਂ ਵੱਢੋਗੇ। ਇਹ ਬੱਚਿਓ ਆਮ ਸਾਡੇ
ਜਦੋਂ ਗੁਰਬਾਣੀ 'ਚ ਬੜੀ ਸਾਰੇ ਇਹਦੇ ਆਪਣੇ ਹਵਾਲੇ ਆਉਂਦੇ ਨੇ, ਆਪੇ ਬੀਜ ਆਪੇ ਹੀ ਖਾਓ, ਜਾਂ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਹ ਖੇਤ ਮਤਲਬ ਕਿ ਕਿਹੜਾ, ਸਰੀਰ ਰੂਪੀ ਜਿਹੜਾ ਇਹ ਸਰੀਰ ਹੈ ਸਾਡਾ, ਇਹ ਖੇਤ ਹੈਗਾ, ਕਰਮਾਂ ਦਾ ਖੇਤ ਹੈ। ਅੱਛਾ, ਇਹਦੇ ਵਿੱਚ ਅਸੀਂ ਜਿਹੋ ਜਿਹੇ ਕਰਮ ਦਾ ਬੀਜ ਬੀਜਦੇ ਹਾਂ, ਉਹੋ ਜਿਹਾ ਫਸਲ, ਉਹੋ ਜਿਹੀ ਸਾਨੂੰ ਫਸਲ ਵੱਢਣੀ ਪੈਂਦੀ ਹੈ, ਅਰਥਾਤ ਉਹੋ ਜਿਹਾ ਫਲ ਭੋਗਣਾ ਪੈਂਦਾ ਹੈ। ਸੋ ਅੰਗਰੇਜ਼ੀ ਵਿੱਚ ਇਹਨੂੰ ਸਿੱਧਾ ਕਹਿੰਦੇ ਆ ਆਪੇ ਬੀਜ ਆਪੇ ਹੀ ਖਾਓ ਨੂੰ, ਐਜ਼ ਯੂ ਸੋ, ਜਿਵੇਂ ਤੁਸੀਂ ਬੀਜਦੇ ਹੋ, ਸੋ ਸ਼ੈਲ ਯੂ ਰੀਪ, ਉਵੇਂ ਹੀ ਤੁਸੀਂ ਵੱਢੋਗੇ, ਉੱਦਾਂ ਦੀ ਹੀ ਫਸਲ ਤੁਹਾਨੂੰ ਪ੍ਰਾਪਤ ਹੋਏਗੀ। ਠੀਕ ਹੈ। ਹੀ ਸਪੀਕਸ, ਉਹ ਬੋਲਦਾ ਹੈ, ਐਜ਼ ਇਫ, ਜਿਵੇਂ, ਇੱਥੇ ਐਜ਼ ਇਫ ਦਾ ਜਿਵੇਂ, ਹੀ ਵਰ ਮਾਈ ਆਫਿਸਰ, ਜਿਵੇਂ ਕਿ ਉਹ ਮੇਰਾ ਅਫਸਰ ਹੁੰਦਾ ਹੈ, ਜਿਵੇਂ ਕਿ ਉਹ ਮੇਰਾ ਅਫਸਰ ਹੋਵੇ। ਅਸੀਂ ਪੰਜਾਬੀ 'ਚ ਇੱਦਾਂ ਕਹਿ ਦਿੰਦੇ ਨਾ, ਉਹ ਤਾਂ ਇਵੇਂ ਬੋਲਦਾ ਹੈ ਜਿਵੇਂ ਕਿ ਮੇਰਾ ਵੱਡਾ ਬੌਸ ਹੋਵੇ, ਮੇਰਾ ਵੱਡਾ ਅਫਸਰ ਹੋਵੇ। ਸੋ ਇਹਨੂੰ ਅੰਗਰੇਜ਼ੀ 'ਚ ਕਿੱਦਾਂ ਬੋਲਦੇ ਹਾਂ, ਹੀ ਸਪੀਕਸ, ਉਹ ਇਵੇਂ ਬੋਲਦਾ ਹੈ, ਐਜ਼ ਇਫ, ਜਿਵੇਂ, ਹੀ ਵਰ ਮਾਈ ਆਫਿਸਰ। ਇਹਦੇ ਹੀ ਵਰ ਹੋਣਾ ਹੈ, ਵਾਜ਼ ਨਹੀਂ ਹੈ, ਹੀ ਵਰ ਇੱਦਾਂ ਹੁੰਦਾ ਉਹ ਹੋਵੇ, ਜਦੋਂ ਇੱਦਾਂ ਕਹਿਣਾ ਹੋਵੇ ਨਾ, ਹੀ ਵਰ ਮਾਈ ਆਫਿਸਰ। ਤਾਂ ਹੀ ਮੈਂ ਕਹਿੰਦਾ ਬੱਚੇ, ਜਿਹੜੇ ਸੈਂਟੈਂਸਿਸ ਨੇ, ਇਹਨਾਂ 'ਚੋਂ ਕਾਫੀ ਸਾਰੇ ਸੈਂਟੈਂਸਿਸ ਐਸੇ ਨੇ ਜਿਨ੍ਹਾਂ ਨੂੰ ਤੁਹਾਨੂੰ ਰੱਟਾ ਲਾਉਣਾ ਚਾਹੀਦਾ ਹੈ, ਕੰਠ ਕਰਨਾ ਚਾਹੀਦਾ ਹੈ, ਇਹਨਾਂ ਨਾਲ ਤੁਹਾਡੀ ਜਾਣ ਪਛਾਣ ਬਣਨੀ ਚਾਹੀਦੀ ਹੈ। ਇਹਦੇ ਆਧਾਰ ਤੇ ਹੀ ਤੁਹਾਨੂੰ ਫਿਰ ਆਈਡੀਆ ਲੱਗਣਾ ਸ਼ੁਰੂ ਹੋ ਜਾਏਗਾ ਕਿ ਹੋਰ ਨਵੇਂ ਸੈਂਟੈਂਸ ਕਿਵੇਂ ਬਣਾਏ ਜਾਂਦੇ ਨੇ। ਠੀਕ ਹੈ, ਅੱਗੇ ਚਲੀਏ। Exercise 10, fill in the blanks, selecting suitable words from those given in brackets. ਹੁਣ ਬ੍ਰੈਕਟ ਵਿੱਚ ਦਿੱਤੇ ਹੋਏ ਨੇ ਕੰਜੰਕਸ਼ਨ, ਤੇ ਉਹਨਾਂ ਚੋਂ ਇੱਕ ਸਹੀ ਵਾਲਾ ਅਸੀਂ ਚੁਣਨਾ ਹੈ। ਸੋ ਮੈਂ ਚੁਣ ਕੇ ਉਹਦੀ ਅੰਡਰਲਾਈਨ ਕਰ ਦਿੱਤੀ ਹੈ। The book that you sent to me, ਕਿਹੜੀ ਬੁੱਕ, that ਉਹ ਵਾਲੀ, the book that you sent to me, ਕਿਤਾਬ ਜਿਹੜੀ, ਇੱਥੇ that ਨਾਲ ਜਿਹੜੀ ਤੂੰ ਮੈਨੂੰ ਭੇਜੀ, is really interesting, ਉਹ ਵਾਕਈ ਬੜੀ ਰੋਚਕ ਹੈ। ਠੀਕ ਹੈ। ਸੋ ਇੱਥੇ ਹੂ ਨਹੀਂ ਆਏਗਾ, ਹੂ ਤੇ ਬੰਦਿਆਂ ਲਈ ਆਉਂਦਾ ਹੈ, ਵਸਤੂਆਂ ਲਈ ਦੈਟ, ਤੇ ਬੰਦਿਆਂ ਲਈ ਵੀ ਦੈਟ ਆਉਂਦਾ ਵੈਸੇ, ਪਰ ਹੂ ਸਿਰਫ ਬੰਦਿਆਂ ਲਈ ਆਉਂਦਾ, ਚੀਜ਼ਾਂ ਲਈ ਨਹੀਂ ਆਉਂਦਾ, ਇਹ ਯਾਦ ਰੱਖਣਾ। ਦੀ ਚੀਫ ਮਿਨਿਸਟਰ, ਮੁੱਖ ਮੰਤਰੀ, ਹੂ ਇਜ਼ ਵੈਰੀ ਪੋਪੂਲਰ, ਜੋ ਬੜਾ ਮਸ਼ਹੂਰ ਹੈ, ਬੜਾ ਹਰਮਨ ਪਿਆਰਾ ਹੈ, ਬੜਾ ਮਨਪਸੰਦ ਹੈ ਲੋਕਾਂ ਦਾ, ਵੈਰੀ, ਵਿਦ ਦਾ ਮਾਸਿਸ, ਵਿਦ ਦਾ ਮਾਸਿਸ ਮੈਨੇ ਇੱਥੇ ਮਾਸਿਸ ਦਾ ਮਤਲਬ ਭੀੜ, ਲੋਕ, ਲੋਕਾਂ ਦਾ ਇਕੱਠ, ਜੋ ਲੋਕਾਂ ਵਿੱਚ ਬੜਾ ਹਰਮਨ ਪਿਆਰਾ ਹੈ। ਕਮਾਂਡਸ ਆ ਗ੍ਰੇਟ ਰਿਸਪੈਕਟ, ਕਮਾਂਡਸ ਆ ਗ੍ਰੇਟ ਰਿਸਪੈਕਟ ਦਾ ਮਤਲਬ ਹੈ ਉਹਦਾ ਬੜਾ ਆਦਰ ਸਤਿਕਾਰ ਹੈ। ਕਮਾਂਡ ਮਤਲਬ ਕਿ ਲੋਕੀ ਉਹਦਾ ਬੜਾ ਆਦਰ ਸਤਿਕਾਰ ਕਰਦੇ ਹਨ। ਠੀਕ ਹੈ। ਸੋ ਹੂ ਆਏਗਾ, ਇੱਥੇ ਦੈਟ ਨਹੀਂ ਆਏਗਾ। ਦਿਸ ਇਜ਼ ਦੀ ਲੇਡੀ, ਇਹ ਉਹ ਬੀਬੀ ਹੈ, ਹੂਜ਼, ਜਿਹਦਾ, ਪਰਸ ਹੈਡ ਬੀਨ ਸਟੋਲਨ, ਜਿਹਦਾ ਪਰਸ ਚੋਰੀ ਕੀਤਾ ਗਿਆ ਸੀ, ਜਿਹਦਾ ਪਰਸ ਚੋਰੀ ਹੋ ਗਿਆ ਸੀ। ਠੀਕ ਹੈ। ਦਿਸ ਇਜ਼ ਅ ਲੇਡੀ ਹੂਜ਼, ਇਹ ਪੋਜ਼ੈਸਿਵ ਟਾਈਪ ਹੈਗਾ, ਹੂਜ਼, ਜਿਹਦਾ ਨਾ ਹਿਜ਼, ਹਰਸ, ਦੇਅਰਸ, ਮਾਈ। ਸੋ ਹੂਜ਼, ਹੂਮ ਨਹੀਂ ਆਏਗਾ, ਹੂਜ਼ ਆਏਗਾ। ਠੀਕ ਹੈ। ਦਿਸ ਇਜ਼ ਦੀ ਹਾਊਸ, ਇਹ ਉਹ ਘਰ ਹੈ, ਦੈਟ ਵੀ ਵੈਂਟ ਟੂ ਪਰਚੇਸ, ਜਿਹੜਾ ਅਸੀਂ ਖਰੀਦਣ ਗਏ ਸੀ। ਠੀਕ ਹੈ। ਅੱਗੇ ਚਲੀਏ। ਦੀ ਪੈਨ ਵਿਚ ਆਈ ਲਾਈਕ ਦੀ ਮੋਸਟ, ਉਹ ਪੈਨ, ਵਿਚ ਆਈ ਲਾਈਕ ਦਾ ਮੋਸਟ, ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ, ਹੈਜ਼ ਬੀਨ ਸੋਲਡ ਆਊਟ, ਉਹ ਵਿਕ ਚੁੱਕਾ ਹੈ। ਠੀਕ ਹੈ। ਮਲਿਦਾ ਦਾ ਪੈਨ ਹੁਣ ਨਹੀਂ ਆਏਗਾ ਮਾਰਕੀਟ ਵਿੱਚ। ਵਾਰਾਣਸੀ, ਬਨਾਰਸ, ਵਿਚ ਇਜ਼ ਆ ਹੋਲੀ, ਵਿਚ ਇਜ਼ ਅ ਸਿਟੀ ਆਫ ਟੈਂਪਲਸ, ਜੋ ਕਿ ਮੰਦਰਾਂ ਦਾ ਸ਼ਹਿਰ ਹੈ, ਇਜ਼ ਅ ਪਲੇਸ ਆਫ ਪਿਲਗ੍ਰਿਮੇਜ, ਉਹ ਤੀਰਥ ਸਥਾਨ ਹੈ, ਪਲੇਸ ਆਫ ਪਿਲਗ੍ਰਿਮੇਜ ਤੀਰਥ ਸਥਾਨ ਹੈ, ਫॉर द ਹਿੰਦੂਜ਼, ਹਿੰਦੂਆਂ ਲਈ ਤੀਰਥ ਦਾ ਸਥਾਨ ਹੈ। ਠੀਕ ਹੈ। ਵਿਚ ਆਏਗਾ। ਦੀ ਮੈਨ ਹੂਮ ਸ਼ੀ ਡਿਸਲਾਈਕਡ, ਉਹ ਆਦਮੀ, ਹੂਮ ਸ਼ੀ ਡਿਸਲਾਈਕਡ, ਜਿਹਨੂੰ ਉਹ ਨਾ ਪਸੰਦ ਕਰਦੀ ਸੀ, ਜਿਹਨੂੰ ਉਹ ਭੈੜਾ ਸਮਝਦੀ ਸੀ, ਕੇਮ ਟੂ ਹਰ ਹੈਲਪ, ਉਹਦੀ ਮਦਦ ਲਈ ਆਇਆ, ਇਨ ਹਰ ਆਰ ਆਫ ਮਿਜ਼ਰੀ, ਉਹਦੀ ਮੁਸੀਬਤ ਦੀ ਘੜੀ ਵਿੱਚ, ਔਖੀ ਘੜੀ ਵਿੱਚ ਉਹ ਉਹਦੀ ਮਦਦ ਲਈ ਆਇਆ, ਜਿਹਨੂੰ ਉਹ ਨਫ਼ਰਤ ਕਰਦੀ ਸੀ, ਭੈੜਾ ਸਮਝਦੀ ਸੀ। ਦੀ ਬਰਡ, ਉਹ ਪੰਛੀ, ਹੂਜ਼, ਜਿਹਦੀ, ਸਵੀਟ ਵਾਇਸ, ਮਿੱਠੀ ਆਵਾਜ਼, ਯੂ ਹਰਡ ਐਵਰੀ ਮਾਰਨਿੰਗ, ਤੂੰ ਹਰ ਸਵੇਰ ਸੁਣਦਾ ਸੀ, ਇਜ਼ ਨੋ ਮੋਰ, ਹੁਣ ਨਹੀਂ ਹੈਗਾ, ਅਰਥਾਤ ਮਰ ਗਿਆ ਹੈ। ਇਜ਼ ਨੋ ਮੋਰ ਦਾ ਮਤਲਬ ਵੀ ਹੁਣ ਇੱਥੇ ਨਹੀਂ ਹੈਗਾ, ਜਾਂ ਕਿਤੇ ਚਲਾ ਗਿਆ, ਜਾਂ ਹੁਣ ਮਰ ਗਿਆ, ਬਲਕਿ ਇਜ਼ ਨੋ ਮੋਰ, ਹੁਣ ਨਹੀਂ ਹੈਗਾ। ਠੀਕ ਹੈ। ਕੈਨ ਯੂ ਆਈਡੈਂਟੀਫਾਈ, ਕੀ ਤੂੰ ਪਛਾਣ ਕਰ ਸਕਦਾ ਹੈ, ਦੀ ਪਰਸਨ, ਉਸ ਬੰਦੇ ਦੀ, ਹੂ, ਜਿਹਨੇ, ਐਬਿਊਜ਼ ਯੂ, ਤੈਨੂੰ, ਤੇਰੇ ਨਾਲ ਬਦਤਮੀਜ਼ੀ ਕੀਤੀ ਜਾਂ ਤੈਨੂੰ ਗਾਲਾਂ ਕੱਢੀਆਂ। ਠੀਕ ਹੈ। ਕੈਨ ਯੂ ਆਈਡੈਂਟੀਫਾਈ ਦ ਪਰਸਨ ਹੂ ਐਬਿਊਜ਼ ਯੂ, ਕੀ ਤੂੰ ਉਸ ਬੰਦੇ ਦੀ ਪਛਾਣ ਕਰ ਸਕਦਾ ਹੈ ਜਿਹਨੇ ਤੈਨੂੰ ਗਾਲਾਂ ਕੱਢੀਆਂ। ਅੱਗੇ ਚਲੀਏ। ਆਖਰੀ, ਓਕੇ। ਦੀ ਪ੍ਰੇਅਰ, ਉਹ ਪ੍ਰਾਰਥਨਾ,
Song, prayer song, ਉਹ ਪ੍ਰਾਰਥਨਾ ਵਾਲਾ song, that ਜਿਹੜਾ we sang every day, ਜਿਹੜਾ ਅਸੀਂ ਰੋਜ਼ ਗਾਇਆ, has been composed, ਉਹ ਤਿਆਰ ਕੀਤਾ ਗਿਆ ਹੈ, ਅਰਥਾਤ ਉਹਦਾ ਮਿਊਜ਼ਿਕ, ਉਹਦੀ ਜਿਹੜੀ ਲਿਰਿਸਿਸਟ, ਉਹਦੇ ਜਿਹੜੇ ਜਿਹੜੀ ਉਹਦੀ ਉਹ ਤੁਕਬੰਦੀ ਹੈ, ਉਹਦੀ ਕੰਪੋਜੀਸ਼ਨ ਹੈ ਬਾਏ ਮਾਈ ਫਾਦਰ। ਉਹ ਗੀਤ ਜਿਹੜਾ ਹੈ, ਜਿਹੜਾ ਅਸੀਂ ਗਾਇਆ, ਉਹਦਾ ਮਿਊਜ਼ਿਕ ਜਿਹੜਾ ਹੈ ਉਹ ਤਿਆਰ ਕੀਤਾ ਗਿਆ, ਮੇਰੇ ਪਿਤਾ ਜੀ ਵੱਲੋਂ ਤਿਆਰ ਕੀਤਾ ਗਿਆ ਹੈ। ਸੋ ਦੀ ਪ੍ਰੇਅਰ ਸੌਂਗ ਦੈਟ, ਉਹ ਨਹੀਂ ਆਏਗਾ, ਦੈਟ ਆਏਗਾ, ਕਿਉਂਕਿ ਸੌਂਗ ਇੱਕ ਚੀਜ਼ ਹੈ, ਇਹ ਕੋਈ ਬੰਦਾ ਨਹੀਂ ਹੈਗਾ। ਵੀ ਸਿੰਗ, ਸੌਰੀ ਸਿੰਗ ਨਹੀਂ, ਸੌਰੀ ਸੈਂਗ ਨਹੀਂ, ਸਿੰਗ ਹੈ, ਸੌਰੀ। ਦੀ ਪ੍ਰੇਅਰ ਸੌਂਗ, ਉਹ ਪ੍ਰਾਰਥਨਾ ਵਾਲਾ ਗੀਤ, ਦੈਟ ਵੀ ਸਿੰਗ ਐਵਰੀ ਡੇ, ਜਿਹੜਾ ਅਸੀਂ ਰੋਜ਼ ਗਾਉਂਦੇ ਹਾਂ, has been composed by my father, ਉਹ ਮੇਰੇ ਪਿਤਾ ਜੀ ਵੱਲੋਂ ਤਿਆਰ ਕੀਤਾ ਗਿਆ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਐਕਸਰਸਾਈਜ਼ਸ 8th, 9th and 10th। ਇਸੀ ਚੈਨਲ ਦੇ ਉੱਤੇ 9th ਕਲਾਸ ਦੀਆਂ ਹੋਰ ਪਲੇਲਿਸਟ ਵੀ ਹੈਗੀਆਂ, ਉਹ ਵੀ ਦੇਖੋ। 9th ਇੰਗਲਿਸ਼ MC ਵੀ ਹੈਗੀ ਹੈ, 9th ਇੰਗਲਿਸ਼ ਲਿਟਰੇਚਰ ਹੈਗੀ ਹੈ, 9th ਸਾਇੰਸ ਹੈਗੀ ਹੈ, 9th ਆਪਣਾ ਤੁਹਾਡੀ ਮੈਥਸ ਹੈਗੀ ਹੈ, ਤੇ 9th ਮੈਥ ਨੋਟਸ ਵੀ ਹੈਗੀ ਹੈ। ਸੋ ਮੈਥ ਔਰ ਸਾਇੰਸ ਦਾ ਲਾਹਾ ਵੀ ਤੁਸੀਂ ਲਵੋ, ਉਹਨਾਂ ਵਿਸ਼ਿਆਂ ਵੱਲ ਵੀ ਪੂਰੀ ਤਵੱਜੋ ਦੇਵੋ। ਇਸੇ ਤਰ੍ਹਾਂ ਮਿਹਨਤ ਦੇ ਨਾਲ, ਅਨੁਸ਼ਾਸਨ ਨਾਲ ਪੜ੍ਹਾਈ ਕਰੀ ਚਲੋ। ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।